ਰਾਏ ਸਾਹਿਬ ਕਿਵੇਂ ਦੇਖ ਰਹੇ ਹੋ? ਇੱਕ ਪਾਸੇ ਹੋਲੇ ਮਹੱਲੇ ਦਾ ਜਾਹੋ ਜਲਾਲ ਤੇ ਦੂਸਰੇ ਪਾਸੇ ਕਿਸਾਨਾਂ ਦੀ ਕਾਨਫਰੰਸ ਵੀ ਭਰ ਗਈ ਹੈ। ਅੱਗੇ ਹਮੇਸ਼ਾ ਇੱਥੇ ਜਿਹੜੇ ਪੋਲੀਟੀਕਲ ਲੋਕ ਆ ਉਹ ਕਰਿਆ ਕਰਦੇ ਸਨ। ਸੋ ਇਸ ਵਾਰ ਕਿਸਾਨਾਂ ਨੇ ਸਮਝਿਆ ਕਿ ਅਸੀਂ ਕਿਉਂ ਨਹੀਂ ਕਰ ਸਕਦੇ। ਸੋ ਇੱਕ ਤਰ੍ਹਾਂ ਦਾ ਕਹਿ ਦਿਓ ਕਿ ਹੋਲਾ ਮਹੱਲਾ ਅਸੀਂ ਵੀ ਮਨਾਵਾਂਗੇ। ਅਨੰਦਪੁਰ ਸਾਹਿਬ ਗੁਰੂ ਦੀ ਜਿਹੜੀ ਖਾਲਸੇ ਦੀ ਜਨਮ ਭੂਮੀ ਆ ਉੱਥੇ। ਕਿੱਥੇ ਖੜਾ ਹੈ ਹੁਣ ਅੰਦੋਲਨ, ਕਿਉਂਕਿ ਡਾਇਲੋਗ ਰੁਕਿਆ ਹੋਇਆ ਕਾਫੀ ਦਿਨ ਹੋ ਗਏ ਨੇ। ਕਾਰ ਜਿਹੜੀ ਆ ਉਹ ਕਿਤੇ ਨਾ ਕਿਤੇ ਇਹ ਵਿਚਾਰ ਕੇ ਬੈਠੀ ਆ ਵੀ ਸ਼ਾਇਦ ਕਣਕ ਦੀ ਵਾਢੀ ਆਏਗੀ, ਕਣਕ ਦੀ ਵਾਢੀ ਤੇ ਅੰਦੋਲਨ ਕੁਝ ਮੱਠਾ ਪਏਗਾ, ਸ਼ਾਇਦ ਲੋਕ ਘਰਾਂ ਨੂੰ ਵਾਪਸ ਮੁੜ ਜਾਣਗੇ। ਪਰ ਸਰਕਾਰ ਦਾ ਭੁਲੇਖਾ ਹੈ। ਕੱਲ ਇੱਕ ਬੀਜੇਪੀ ਦੇ ਐਮਐਲਏ ਲੀਡਰ ਨੇ, ਉਹਨਾਂ ਦੀ ਇੱਕ ਤਸਵੀਰਾਂ ਆਈਆਂ ਨੇ, ਉਹਨਾਂ ਦੇ ਨਾਲ ਮਾਰਕੁੱਟ ਹੋ ਰਹੀ ਹੈ। ਕਿਵੇਂ ਦੇਖਦੇ ਹੋ ਇਸ ਘਟਨਾ? ਲੋਕਤੰਤਰ ਦੇ ਮੁਤਾਬਕ ਇਹ ਠੀਕ ਨਹੀਂ ਹੈ। ਅਸੀਂ ਇਹਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਪਰ ਬੇਸ਼ੱਕ ਸਾਡੇ ਕਿਸਾਨ ਸਨ ਉਹ, ਪਰ ਮੈਂ ਇਹ ਬੇਨਤੀ ਕਰਾਂਗਾ ਹੱਥ ਬੰਨ੍ਹ ਕੇ ਕਿ ਲੋਕਤੰਤਰ 'ਚ ਆਪਾਂ ਪ੍ਰੋਟੈਸਟ ਕਰਨਾ ਸਾਡਾ ਅਧਿਕਾਰ ਹੈ। ਅਸੀਂ ਕਾਲੇ ਝੰਡੇ ਵਿਖਾਈਏ, ਮੁਜ਼ਾਹਰੇ ਕਰੀਏ, ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰੀਏ, ਉਹ ਚੇਨ ਬਣਾ ਕੇ ਘਰਾਓ ਕਰ ਲਈਏ, ਪਰ ਹੱਥ ਨਹੀਂ ਚੁੱਕਣਾ ਕਿਸੇ ਤੇ ਵੀ। ਇਹ ਲੋਕਤੰਤਰ ਦੇ ਵਿੱਚ ਇਹ ਸੌਂਦਾ ਨਹੀਂ ਹੈ। ਜੋਗਰਾਜ ਜੀ ਸਾਡੇ ਵੱਡੇ ਭਾਈ ਨੇ, ਉਹਨਾਂ ਦੀ ਸ਼ੁਰੂ ਤੋਂ ਵਿਚਾਰਧਾਰਾ ਰਹੀ ਹੈ ਕਿ ਇਹਨੂੰ ਰਾਜਨੀਤੀ ਨੂੰ ਸਾਫ਼ ਕਰੋ, ਗੰਧਲਾਪਨ ਕੱਢੋ। ਉਹਨਾਂ ਦੀ ਵਿਚਾਰਧਾਰਾ ਅੱਛੀ ਹੈ, ਪਰ ਆਪਾਂ ਹਾਲੇ ਆਪਣਾ ਮੁੱਦਾ ਨਹੀਂ। ਆਪਣਾ ਮੁੱਦਾ ਹੈ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣਾ। ਕਿ ਕਹਿੰਦੇ ਆ ਵੀ ਕਾਰਪੋਰੇਟ ਘਰਾਣੇ ਸਰਕਾਰਾਂ ਚਲਾਉਂਦੇ ਆ, ਹੁਣ ਕਿਸਾਨ ਤੇ ਮਜ਼ਦੂਰ ਸਰਕਾਰਾਂ ਚਲਾਉਣਗੇ। ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਇੱਕ ਕਿਸਾਨ ਵਿਸ਼ਾਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿੱਥੇ ਇੱਕ ਪਾਸੇ ਹੋਲੇ ਮਹੱਲੇ ਦੇ ਸਮਾਗਮ ਚੱਲ ਰਹੇ ਨੇ ਤਾਂ ਦੂਸਰੇ ਪਾਸੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਸੰਮੇਲਨ ਦੇ ਵਿੱਚ ਪਹੁੰਚ ਰਹੇ ਨੇ। ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਵੀ ਮੌਜੂਦ ਨੇ। ਇਹਨਾਂ ਤੋਂ ਪਹਿਲਾਂ ਯੋਗਰਾਜ ਸਿੰਘ ਵੀ ਇੱਥੇ ਪਹੁੰਚ ਚੁੱਕੇ ਨੇ, ਕੁਲਵੰਤ ਸਿੰਘ ਸੰਧੂ ਵੀ ਪਹੁੰਚੇ ਨੇ, ਉਹਨਾਂ ਦੇ ਨਾਲ ਹੋਰ ਲਖਵਾਲ ਸਾਹਿਬ ਵੀ ਪਹੁੰਚੇ ਨੇ। ਰਾਏ ਸਾਹਿਬ ਕਿਵੇਂ ਦੇਖ ਰਹੇ ਹੋ? ਇੱਕ ਪਾਸੇ ਹੋਲੇ ਮਹੱਲੇ ਦਾ ਜਾਹੋ ਜਲਾਲ ਤੇ ਦੂਸਰੇ ਪਾਸੇ ਕਿਸਾਨਾਂ ਦੀ ਕਾਨਫਰੰਸ ਵੀ ਭਰ ਗਈ ਹੈ। ਦੇਖੋ, ਇਹ ਅੱਗੇ ਹਮੇਸ਼ਾ ਇੱਥੇ ਜਿਹੜੇ ਪੋਲੀਟੀਕਲ ਲੋਕ ਆ ਉਹ ਕਰਿਆ ਕਰਦੇ ਸਨ। ਸੋ ਇਸ ਵਾਰ ਕਿਸਾਨਾਂ ਨੇ ਸਮਝਿਆ ਕਿ ਅਸੀਂ ਕਿਉਂ ਨਹੀਂ ਕਰ ਸਕਦੇ। ਸੋ ਇੱਕ ਤਰ੍ਹਾਂ ਦਾ ਕਹਿ ਦਿਓ ਕਿ ਹੋਲਾ ਮਹੱਲਾ ਅਸੀਂ ਵੀ ਮਨਾਵਾਂਗੇ। ਅਨੰਦਪੁਰ ਸਾਹਿਬ ਗੁਰੂ ਦੀ ਜਿਹੜੀ ਖਾਲਸੇ ਦੀ ਜਨਮ ਭੂਮੀ ਆ ਉੱਥੇ। ਸੋ ਇਸ ਕਰਕੇ ਇਹ ਕਾਲ ਦਿੱਤੀ ਗਈ ਸੀ। ਉਸ ਕਾਲ ਦੇ ਵਿੱਚ ਆਪਾਂ ਹਾਜ਼ਰੀ ਲਵਾਉਣ ਆਏ ਅੱਜ। ਸੋ ਇਹ ਹੋ ਸਕਦੀ ਆ ਬਿਲਕੁਲ। ਔਰ ਜਿਹੜੇ ਕਿਸਾਨ ਵੀਰ ਹਜੇ ਦਿੱਲੀ ਨਹੀਂ ਪਹੁੰਚੇ ਹੋਣਗੇ, ਇੱਥੇ ਮੇਲੇ 'ਚ ਆਏ ਹੋਣਗੇ, ਅਨੰਦਪੁਰ ਸਾਹਿਬ ਹਾਜ਼ਰੀ ਲਵਾਉਣ ਆਏ ਹੋਣਗੇ, ਅੱਜ ਉਹਨਾਂ ਨੂੰ ਇੱਕ ਤਰ੍ਹਾਂ ਦਾ ਅਵੇਅਰ ਵੀ ਕਰਾਂਗੇ, ਸਟੇਜ ਤੋਂ ਕਵਾਂਗੇ ਔਰ ਸੱਦਾ ਵੀ ਦੇਵਾਂਗੇ ਵੀ ਦਿੱਲੀ ਵੱਲ ਚੱਲੋ। ਮਨਜੀਤ ਸਿੰਘ ਜੀ, ਕਿੱਥੇ ਖੜਾ ਹੈ ਹੁਣ ਅੰਦੋਲਨ, ਕਿਉਂਕਿ ਡਾਇਲੋਗ ਰੁਕਿਆ ਹੋਇਆ ਕਾਫੀ ਦਿਨ ਹੋ ਗਏ ਨੇ, ਤਾਂ ਅੰਦੋਲਨ ਨੂੰ ਕਿੱਥੇ ਦੇਖਦੇ ਹੋ? ਅੰਦੋਲਨ ਬਿਲਕੁਲ ਚੜ੍ਹਦੀ ਕਲਾ 'ਚ ਹੈ। ਸਰਕਾਰ ਜਿਹੜੀ ਆ ਉਹ ਕਿਤੇ ਨਾ ਕਿਤੇ ਇਹ ਵਿਚਾਰ ਕੇ ਬੈਠੀ ਆ ਵੀ ਸ਼ਾਇਦ ਕਣਕ ਦੀ ਵਾਢੀ ਆਏਗੀ, ਕਣਕ ਦੀ ਵਾਢੀ ਤੇ ਅੰਦੋਲਨ ਕੁਝ ਮੱਠਾ ਪਏਗਾ, ਸ਼ਾਇਦ ਲੋਕ ਘਰਾਂ ਨੂੰ ਵਾਪਸ ਮੁੜ ਜਾਣਗੇ। ਪਰ ਸਰਕਾਰ ਦਾ ਭੁਲੇਖਾ ਹੈ। ਇਹ ਲੋਕ ਪਿੱਛੇ ਮੁੜਨ ਵਾਲੇ ਨਹੀਂ, ਮਰ ਤੇ ਜਾਣਗੇ, ਪਰ ਇਹ ਤਿੰਨੋਂ ਹੀ ਕਾਨੂੰਨ ਜਿਹੜੇ ਉਹ ਰੱਦ ਕਰਾਏ ਤੋਂ ਬਿਨਾਂ ਇਹ ਵਾਪਸ ਨਹੀਂ ਆਉਣਗੇ। ਸੋ ਇਹ ਸਰਕਾਰ ਦਾ ਭੁਲੇਖਾ ਦੂਰ ਹੋ ਜਾਣਾ ਕੁਝ ਦਿਨਾਂ ਤੱਕ। ਵਾਢੀ ਦਾ ਜਿਹੜਾ ਕੰਮ ਹੈ ਉਹ 10 ਦਿਨ ਚੱਲਣਾ ਹੈ, ਪਰ ਸਰਕਾਰ ਨੂੰ ਭੁਲੇਖਾ ਵੀ ਕਣਕ ਦੀ ਫਸਲ ਜ਼ਿਆਦਾ ਹੁੰਦੀ ਹੈ ਤੇ ਇਸ ਕਰਕੇ ਉਹਦੇ ਕਰਕੇ ਇਦਾਂ ਦਾ ਸਮਝਦੇ ਨੇ। ਪਰ ਮੈਂ ਸਮਝਦਾ ਵੀ ਸਰਕਾਰ ਦੇ ਭੁਲੇਖੇ ਸਾਰੇ ਦੂਰ ਕਰ ਦਿਆਂਗੇ। ਥੋੜ੍ਹੇ ਦਿਨ ਵਾਢੀ ਚੱਲੇਗੀ, ਵਾਢੀ ਤੋਂ ਬਾਅਦ ਲਗਭਗ ਇਹ ਅੰਦੋਲਨ ਜਿਹੜਾ ਆ ਫਿਰ ਪੀਕ ਤੇ ਜਾਏਗਾ, ਫਿਰ ਜਿਹੜੀ ਆ ਸੰਖਿਆ ਉੱਥੇ ਵਧੇਗੀ। ਕੱਲ ਇੱਕ ਬੀਜੇਪੀ ਦੇ ਐਮਐਲਏ ਲੀਡਰ ਨੇ, ਉਹਨਾਂ ਦੀ ਇੱਕ ਤਸਵੀਰਾਂ ਆਈਆਂ ਨੇ, ਉਹਨਾਂ ਦੇ ਨਾਲ ਮਾਰਕੁੱਟ ਹੋ ਰਹੀ ਹੈ। ਕਿਵੇਂ ਦੇਖਦੇ ਹੋ ਇਸ ਘਟਨਾ? ਦਰਅਸਲ ਮੈਂ ਇਹ ਬੇਨਤੀ ਕਰਾਂ ਕਿ ਇਹ ਲੋਕਤੰਤਰ ਦੇ ਮੁਤਾਬਕ ਇਹ ਠੀਕ ਨਹੀਂ ਹੈ। ਅਸੀਂ ਇਹਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਪਰ ਬੇਸ਼ੱਕ ਸਾਡੇ ਕਿਸਾਨ ਸਨ ਉਹ, ਪਰ ਮੈਂ ਇਹ ਬੇਨਤੀ ਕਰਾਂਗਾ ਹੱਥ ਬੰਨ੍ਹ ਕੇ ਕਿ ਲੋਕਤੰਤਰ 'ਚ ਆਪਾਂ ਪ੍ਰੋਟੈਸਟ ਕਰਨਾ ਸਾਡਾ ਅਧਿਕਾਰ ਹੈ। ਅਸੀਂ ਕਾਲੇ ਝੰਡੇ ਵਿਖਾਈਏ, ਮੁਜ਼ਾਹਰੇ ਕਰੀਏ, ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰੀਏ, ਉਹ ਚੇਨ ਬਣਾ ਕੇ ਘਰਾਓ ਕਰ ਲਈਏ, ਪਰ ਹੱਥ ਨਹੀਂ ਚੁੱਕਣਾ ਕਿਸੇ ਤੇ ਵੀ। ਇਹ ਲੋਕਤੰਤਰ ਦੇ ਵਿੱਚ ਇਹ ਸੌਂਦਾ ਨਹੀਂ ਹੈ। ਇਹ ਮੈਂ ਇਹਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ। ਅੱਗੇ ਤੋਂ ਵੀ ਅਪੀਲ ਕਰਦਾ ਕਿ ਆਪਾਂ ਠੀਕ ਹੈ, ਬੀਜੇਪੀ ਦਾ ਵੜਨਾ ਮਨਾ ਕੀਤਾ ਕਿ ਨਗਰਾਂ 'ਚ ਨਹੀਂ ਵੜਨ ਦੇਣਾ, ਤੇ ਆਪਾਂ ਉੱਥੇ ਚੇਨ ਬਣਾ ਲਈਏ। ਸਾਡੇ ਉੱਪਰ ਦੀ ਗੱਡੀਆਂ ਥੋੜ੍ਹੀ ਲੰਘਾ ਦੇਣਗੇ। ਆਪਾਂ ਸੜਕ ਰੋਕ ਕੇ ਬਹਿ ਜਾਈਏ ਵੀ ਨਹੀਂ ਅੱਗੇ ਜਾਣ ਦੇਣਾ। ਪਰ ਇਹ ਕੰਮ ਜਿਹੜਾ ਆਪਾਂ ਕਿਸੇ ਦੇ ਕੱਪੜੇ ਪਾੜ ਦੇਣੇ, ਉਹ ਕਿਸੇ ਨੂੰ ਇੰਨਾ ਬੇਇੱਜ਼ਤ ਕਰਨਾ, ਉਹ ਲੋਕਤੰਤਰ ਦੇ ਮੁਤਾਬਕ ਠੀਕ ਨਹੀਂ। ਉਹਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਯੋਗਰਾਜ ਸਿੰਘ ਹੋਰੀ ਕਹਿੰਦੇ ਨੇ, ਕਹਿੰਦੇ ਜਥੇਬੰਦੀਆਂ ਅੱਗੇ ਕਿਉਂ ਨਹੀਂ ਲੱਗੀਆਂ ਨੇ, ਪਰ ਕਹਿੰਦੇ ਜੇ ਸਮਾਜ ਨੂੰ ਇਹਨਾਂ ਲੀਡਰਾਂ ਤੋਂ ਜੇ ਬਚਾਉਣਾ ਹੈ, ਜੇ ਆਪਾਂ ਚਾਹੁੰਦੇ ਹਾਂ ਵੀ ਇਹ ਲੀਡਰਾਂ ਨੂੰ, ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਵੀ ਵੋਟਾਂ ਨਾ ਪਾਓ, ਬਾਈਕਾਟ ਕਰੋ ਇਹਨਾਂ ਦਾ, ਕਹਿੰਦੇ ਤਾਂ ਹੀ ਸੰਭਵ ਹੋ ਸਕਦਾ ਜੋ ਖੁਦ ਮੈਦਾਨ ਦੇ ਵਿੱਚ ਆਉਣ। 32 ਕਹਿੰਦੇ ਉਹ ਆਪ ਨੇ, ਤੇ ਕੁਝ ਪੰਜਾਬ ਤੋਂ ਚੁਣ ਲੈਣ ਚੰਗੇ ਬੰਦੇ, ਉਹ ਆਪ ਕਿਉਂ ਨਹੀਂ ਇਲੈਕਸ਼ਨਾਂ ਲੜਦੇ?
ਦੇਖੋ ਆਪਣੀ ਆਪਣੀ ਰਹਿ ਸਾਰਿਆਂ ਦੀ ਹੁੰਦੀ ਆ। ਜੋਗਰਾਜ ਜੀ ਸਾਡੇ ਵੱਡੇ ਭਾਈ ਨੇ, ਉਹਨਾਂ ਦੀ ਸ਼ੁਰੂ ਤੋਂ ਵਿਚਾਰਧਾਰਾ ਰਹੀ ਹੈ ਕਿ ਇਹਨੂੰ ਰਾਜਨੀਤੀ ਨੂੰ ਸਾਫ਼ ਕਰੋ, ਗੰਧਲਾਪਨ ਕੱਢੋ। ਉਹਨਾਂ ਦੀ ਵਿਚਾਰਧਾਰਾ ਅੱਛੀ ਹੈ, ਪਰ ਆਪਾਂ ਹਾਲੇ ਆਪਣਾ ਮੁੱਦਾ ਨਹੀਂ। ਆਪਣਾ ਮੁੱਦਾ ਹੈ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣਾ ਔਰ MSP ਤੇ ਲਿਖਤ ਗਰੰਟੀ ਲੈਣਾ। ਸੋ ਸਾਡੀ ਇਹ ਮਨਸ਼ਾ ਨਹੀਂ, ਪੋਲੀਟੀਕਲ ਮਨਸ਼ਾ ਨਾਲ ਇਸ ਮੈਦਾਨ 'ਚ ਆਏ ਨਹੀਂ। ਸੋ ਇਸ ਕਰਕੇ ਅਸੀਂ ਸ਼ੁਰੂ ਤੋਂ ਅੰਦੋਲਨਕਾਰੀ ਹੈਗੇ ਹਾਂ, ਪਹਿਲਾਂ ਤੋਂ ਅੰਦੋਲਨ ਲੜਦੇ ਆਏ ਹਾਂ। ਸੋ ਅਸੀਂ ਕਦੇ ਮਨਸ਼ਾ ਜ਼ਾਹਰ ਹੀ ਨਹੀਂ ਕੀਤੀ ਵੀ ਅਸੀਂ ਪੋਲੀਟੀਕਲ ਕੋਈ ਮਨਸ਼ਾ ਸਾਡੀ ਹੈਗੀ ਆ, ਤੇ ਹੁਣ ਵੀ ਨਹੀਂ ਹੈ। ਅਸੀਂ ਇਹ ਕਹਿੰਦੇ ਹਾਂ ਕਿ ਜੇਕਰ ਅਸੀਂ ਕੇਂਦਰ ਸਰਕਾਰ ਨੂੰ ਹੱਥ ਪਾ ਸਕਦੇ ਹਾਂ, ਪ੍ਰਾਈਮ ਮਿਨਿਸਟਰ ਦੇ ਗੱਲ ਨੂੰ ਹੱਥ ਪਾ ਸਕਦੇ ਹਾਂ ਇਕੱਠੇ ਹੋ ਕੇ, ਫਿਰ ਕੋਈ ਵੀ ਪ੍ਰਾਈਮ ਮਿਨਿਸਟਰ ਹੋਵੇ ਉਹਨੂੰ ਅਸੀਂ ਕਿਉਂ ਨਹੀਂ ਘੇਰ ਸਕਦੇ। ਸੋ ਇਸ ਕਰਕੇ ਸਾਨੂੰ ਇਕਜੁੱਟਤਾ, ਏਕਤਾ ਬਣਾਈ ਰੱਖਣੀ ਚਾਹੀਦੀ ਆ। ਕੋਈ ਜ਼ਰੂਰੀ ਨਹੀਂ ਕਿ ਆਪਾਂ ਪੋਲੀਟੀਕਲ ਲਾਈਨ 'ਚ ਆ ਕੇ ਹੀ ਇਹਨੂੰ ਗੰਧਲੇਪਨ ਨੂੰ ਸਾਫ਼ ਕਰਨਾ। ਪੋਲੀਟੀਕਲ ਲਾਈਨ ਤੋਂ ਬਾਹਰ ਰਹਿ ਕੇ ਵੀ ਇਹਨੂੰ ਗੰਧਲੇਪਨ ਨੂੰ ਸਾਫ਼ ਕਰ ਸਕਦੇ ਹਾਂ, ਪਰ ਇਕਜੁੱਟਤਾ ਰਵੇ ਸਾਡੀ, ਕਹਿ ਦਿਓ ਇੱਕ ਆਵਾਜ਼ ਹੋਵੇ ਸਾਡੀ, ਤਾਂ ਫਿਰ ਕੋਈ ਗੱਲ ਨਹੀਂ। ਚਾਹੇ ਜਿਹੜੀ ਮਰਜ਼ੀ ਪਾਰਟੀ ਦਾ CM ਹੋਵੇ, ਠੀਕ ਕਰ ਲਾਂਗੇ। ਜਿਵੇਂ ਅੱਗੇ ਕਹਿੰਦੇ ਆ ਵੀ ਕਾਰਪੋਰੇਟ ਘਰਾਣੇ ਸਰਕਾਰਾਂ ਚਲਾਉਂਦੇ ਆ, ਹੁਣ ਕਿਸਾਨ ਤੇ ਮਜ਼ਦੂਰ ਸਰਕਾਰਾਂ ਚਲਾਉਣਗੇ। ਜਦੋਂ ਸਾਡੀ ਏਕਤਾ ਰਹੇਗੀ ਤੇ ਫਿਰ ਸਾਡੀ ਏਕਤਾ ਤੋਂ ਭੈ ਖਾਣਗੇ, ਫਿਰ ਕਰਪਸ਼ਨ ਵੀ ਬੰਦ ਹੋਏਗੀ, ਸਾਰੇ ਸਿਸਟਮ ਠੀਕ ਹੋ ਜਾਣਗੇ। ਪਰ ਸਭ ਤੋਂ ਜ਼ਰੂਰੀ ਹੈ ਆਪਣੀ ਏਕਤਾ ਬਣੀ ਰਹੇ। ਗੱਲਬਾਤ ਸਰਕਾਰ ਦੇ ਨਾਲ ਕੋਈ ਸੁਣਿਆ ਆਂਦਾ, ਕੋਈ ਸੁਣਿਆ ਜਾਂਦਾ ਹੈ, ਕੁਛ ਇਦਾਂ ਦਾ ਕੁਝ ਬ੍ਰਿਜ ਬਣ ਰਿਹਾ ਜਿਹੜਾ ਗੱਲਬਾਤ ਤੋਰ ਸਕੇ? ਵੀ ਕੋਈ ਸਰਕਾਰ ਨੇ ਤੋਰਨਾ ਹੈ। ਆਪਾਂ ਤੇ ਅੰਦੋਲਨਕਾਰੀ ਹੈਗੇ, ਅੰਦੋਲਨ ਦੇ ਵਿੱਚ ਲੱਗੇ ਹੋਏ ਹਾਂ ਔਰ ਅੰਦੋਲਨ ਆਪਣਾ ਤਦ ਤੱਕ ਜਾਰੀ ਹੈ। ਅਸੀਂ ਤਾਂ ਬਹੁਤ ਵਾਰ ਕਹਿ ਚੁੱਕੇ ਹਾਂ ਕਿ ਸਰਕਾਰ 2024 ਤੱਕ ਹੈ, ਸਫਾਇਆ ਕਰ ਦਿਆਂਗੇ। ਤੁਸੀਂ ਵੇਖੋ ਕੀ ਹਾਲਾਤ ਨੇ ਅੱਜ। ਮੈਂ ਭਾਵੇਂ ਬੇਸ਼ੱਕ ਅਸੀਂ ਉਹਦੀ ਨਿੰਦਾ ਕੀਤੀ ਹੈ ਇਹਨਾਂ ਸ਼ਬਦਾਂ ਦੇ, ਸਖਤ ਸ਼ਬਦਾਂ ਦੇ ਵਿੱਚ, ਵੀ ਕੱਪੜੇ ਪਾੜੇ ਨੇ, ਪਰ ਕੀ ਹਾਲਾਤ ਨੇ BJP ਦੇ। ਇਹ ਇੱਦਾਂ ਦੇ ਹਾਲਾਤ ਪੂਰੇ ਦੇਸ਼ 'ਚ ਹੋ ਜਾਣਗੇ। BJP ਨੂੰ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਣ ਦੇਣਗੇ। ਇਹ ਕਿਸਾਨ ਤੇ ਮਜ਼ਦੂਰ ਜਦੋਂ ਇਕੱਠੇ ਹੋ ਗਏ, ਬਾਕੀ ਸਟੇਟਾਂ 'ਚ ਵੀ ਇਹ ਚੱਲੂਗਾ ਕੰਮ, ਤੇ ਫਿਰ ਕਿੱਧਰ ਜਾਣਗੇ? ਵੋਟਾਂ ਲੈਣੀਆਂ ਤਾਂ ਵੱਖਰੀ ਰਹੀ ਗੱਲ, ਇਹ ਤਾਂ ਮੁੜ ਕੇ ਵੜ ਨਹੀਂ ਸਕਣਗੇ ਲੋਕਾਂ ਦੇ ਕੋਲ। ਤਾਂ ਫਿਰ ਮੈਂ ਇਹ ਗੱਲ ਕਹਾਂ, ਇਹ ਹੁਣ ਸਮਝ ਲੈਣਾ ਚਾਹੀਦਾ ਨਰਿੰਦਰ ਮੋਦੀ ਨੂੰ ਕਿਤੇ ਨਾ ਕਿਤੇ, ਵੀ ਇਹ ਕਿਸਾਨਾਂ ਦੀ ਗੱਲ ਮੰਨ ਕੇ ਇਸ ਗੱਲ ਨੂੰ ਜਲਦ ਤੋਂ ਜਲਦ ਛੇਤੀ ਖਤਮ ਕੀਤਾ ਜਾਵੇ। ਹਰਜੀਤ ਗਰੇਵਾਲ ਹੁਣੀ ਅਜੇ ਵੀ ਕਹਿੰਦੇ ਆਪਾਂ ਦੇਖਾਂਗੇ ਹੁਣ। ਨਹੀਂ, ਉਹ ਵੀਰ ਮੇਰੇ ਦੀ ਗੱਲੇ ਨਾ ਕਰਿਆ ਕਰੋ। ਉਹ ਤੇ ਕਹਿ ਦਿਓ ਕਿ ਪੰਜਾਬੀ 'ਚ ਨਾ ਮਤਲਬ ਕੋਈ ਸ਼ਰਮ ਵਾਲੀ ਗੱਲ ਉਹਨੂੰ ਹੈ ਨਹੀਂ, ਬੇਸ਼ਰਮੀ ਦੀ ਕੋਈ ਹੱਦ ਹੀ ਨਹੀਂ। ਵੀ ਉਹ ਪੰਜਾਬ ਦਾ ਨਮਕ ਖਾਧਾ ਹੈ ਤੇ ਪੰਜਾਬ ਦੇ ਅੰਗੇਸਟ ਬੋਲਦਾ ਹੈ। ਪਤਾ ਨਹੀਂ ਉਹਨੂੰ ਕੀ ਉੱਪਰਲੇ ਆਕਾ ਨੇ ਦਿਖਾ ਦਿੱਤਾ ਹੈ ਵੀ ਉਹਨੂੰ ਕੀ ਲੱਭ ਜਾਣਾ। ਮੈਂ ਉਹਨੂੰ ਕਹਿੰਦਾ, ਵੀਰ ਮੇਰਿਆ, ਨਾਲ ਜਾਣ ਨੂੰ ਕੋਈ ਚੀਜ਼ ਨਹੀਂ ਜ਼ਿੰਦਗੀ 'ਚ, ਖਾਲੀ ਹੱਥ ਆਏ ਖਾਲੀ ਹੱਥ ਜਾਣਾ। ਇਹਦੇ ਵੀ ਕਿਤੇ ਉਹਨਾਂ ਦੇ ਪੱਪੂ ਨਾ ਬਣ ਜਾਇਆ ਕਰੋ, ਵੀ ਉਹਨਾਂ ਦੀ ਭਾਸ਼ਾ ਬੋਲੀ ਜਾਓ, ਉਹਨਾਂ ਦੇ ਤੋਤੇ ਬਣ ਕੇ ਨਾ ਬੋਲੋ। ਹਰਜੀਤ ਗਰੇਵਾਲ ਦੀ ਗੱਲ ਵੈਸੇ ਮੈਂ ਤਾਂ ਕਹੂੰਗਾ, ਤੁਹਾਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ, ਉਹਦੀ ਗੱਲ ਕਰਿਆ ਨਾ ਕਰੋ। ਉਹ ਨਖੇਧ ਆਦਮੀ ਹੈ, ਉਹਨੂੰ ਆਪਾਂ ਹਰ ਵਾਰੀ ਵਾਈਡ 'ਚ ਨਾ ਲੈ ਕੇ ਉਹਨੂੰ ਭੂਹੇ ਚੜਾਤਾ। ਸਗੋਂ ਕਹਿੰਦਾ ਮੈਂ ਖਰਿਆ ਕਿੱਡਾ ਕੁ ਲੀਡਰ ਆ, ਪਰ ਉਹ ਸਾਡੀ ਨਜ਼ਰ 'ਚ ਉਹ ਕਿਸੇ ਕੰਮ ਦਾ ਨਹੀਂ। ਉਹ ਪੰਜਾਬ ਦਾ ਵੀ ਹੈ ਨਹੀਂ, ਉਹਦਾ ਤਾਂ ਕਿਤੇ DNA ਟੈਸਟ ਕਰਾਉਣਾ ਚਾਹੀਦਾ। ਪਤਾ ਨਹੀਂ ਕਿਹੜੀ ਕੌਮ ਦਾ ਬੰਦਾ, ਉਹ ਕਿੱਥੋਂ ਆ ਗਿਆ, ਕਿਹੜੇ ਮੁਲਕ ਦਾ, ਉਹ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕੋਈ। ਲੱਖਾ ਸਿਧਾਣਾ ਹੋਰਾਂ ਦੇ ਬਾਰੇ ਵੀ ਬਹੁਤ ਚਰਚਾ ਚੱਲ ਰਹੀ ਹੈ ਪਿਛਲੇ ਦਿਨਾਂ ਤੋਂ, ਵੀ ਉਹ ਵੀ ਕਿਸਾਨ ਸੰਯੁਕਤ ਮੋਰਚੇ ਦੀ ਜਿਹੜੀ ਸਟੇਜ ਹੈ ਉਹਦੇ ਉੱਤੇ ਆ ਕੇ ਬੋਲੇ, ਤੇ ਆਪਾਂ ਮੌਕਾ ਵੀ ਦਿਆਂਗੇ ਬੋਲਣ ਦਾ, ਤਾਂ ਗ੍ਰਿਫਤਾਰੀ ਵੀ ਨਹੀਂ ਹੋਣ ਦਿਆਂਗੇ। ਦੂਸਰੇ ਪਾਸੇ ਦੀਪ ਸਿੱਧੂ, ਦੋਨਾਂ ਦਾ ਜਥੇਬੰਦੀਆਂ ਦਾ ਕੀ ਸਟੈਂਡ ਹੈਗਾ ਦੋਨਾਂ ਇਹਨਾਂ ਨੌਜਵਾਨਾਂ ਨੂੰ ਲੈ ਕੇ? ਵੇਖੋ, ਸਾਡੇ ਹੀ ਨੇ, ਇਨਸਾਨ ਗਲਤੀਆਂ ਕਰਦਾ, ਸਾਡੇ ਕੋਲੋਂ ਵੀ ਗਲਤੀਆਂ ਹੋਈਆਂ ਨੇ, ਅਸੀਂ ਵੀ ਕਈ ਵਾਰੀ ਗਲਤੀਆਂ ਕਰਦੇ ਹਾਂ। ਇਨਸਾਨ ਗਲਤੀਆਂ ਦਾ ਪੁਤਲਾ, ਗਲਤੀਆਂ ਨੂੰ ਪਿਛਾਂਹ ਛੱਡ ਕੇ ਅੱਜ ਪੰਜਾਬ ਦੇ ਹਿੱਤ ਲਈ, ਪੰਜਾਬ ਦੇ ਹੱਕਾਂ ਲਈ ਸਾਨੂੰ ਇਕਮੁੱਠ ਹੋ ਜਾਣਾ ਚਾਹੀਦਾ। ਤੇ ਕੋਈ ਗੱਲ ਨਹੀਂ, ਅਗਰ ਸਾਰਾ ਸੰਯੁਕਤ ਕਿਸਾਨ ਮੋਰਚਾ ਰਹਿ ਕਰਦਾ ਹੈ, ਇੱਕ ਸਲਾਹ ਬਣਦੀ ਹੈ, ਤੇ ਉਹ ਆ ਜਾਵੇ ਸਟੇਜ ਤੇ, ਕੋਈ ਪ੍ਰੋਬਲਮ ਨਹੀਂ। ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਕਿ ਉਹ ਸਾਡੇ ਭਰਾ ਨੇ। ਮੈਂ ਤੇ ਤੁਹਾਨੂੰ ਇੱਕ ਗੱਲ ਕਹਾਂ, ਮੈਂ 26 ਵਾਲੀ, ਜਿੱਦਣ 26 ਦਾ ਵਾਕਿਆ ਹੋਇਆ, ਮੈਂ ਸ਼ਾਮ ਨੂੰ ਉਸ ਦਿਨ ਵਾਈਟਸ ਦੇ ਵਿੱਚ ਆਪਣੀ 'ਚ ਕਹਿਤਾ ਸੀ BBC ਤੇ, ਕਿ ਸਾਡੇ ਹੀ ਧੀਆਂ ਪੁੱਤਰ ਨੇ ਜਿਹੜੇ ਅੱਗੇ ਨੂੰ ਗਏ ਨੇ, ਅਸੀਂ ਉਹਨਾਂ ਨੂੰ ਮੋੜ ਕੇ ਵੀ ਲੈ ਕੇ ਆਏ। ਮੈਂ ਖੁਦ ਗਿਆ, ਔਰ ਅਸੀਂ ਉਹਨਾਂ ਨੂੰ ਵਿਸਲੇ ਨਹੀਂ ਛੱਡ ਸਕਦੇ, ਸਾਡੇ ਹੀ ਨੇ। ਤੇ ਫਿਰ ਉਹ ਦੀਪ ਵੀ ਸਾਡਾ ਹੀ ਆ ਪੰਜਾਬ ਦਾ, ਤੇ ਲੱਖਾ ਵੀ ਸਾਡਾ ਹੀ ਆ ਪੰਜਾਬ ਦਾ, ਸਾਡੇ ਭਰਾ ਨੇ। ਸੰਯੁਕਤ ਕਿਸਾਨ ਮੋਰਚਾ ਐਕਸੈਪਟ ਕਰਦਾ ਉਹਨਾਂ ਨੂੰ? ਦੇਖੋ, ਸੰਯੁਕਤ ਕਿਸਾਨ ਮੋਰਚੇ 'ਚ ਗੱਲ ਜਾਏਗੀ ਹਾਲੇ। ਮੇਰੀ ਇਹ ਆਪਣੀ ਪਰਸਨਲ ਰਾਏ ਹੈ। ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਰਾਏ ਹੋਏਗੀ ਉਹ ਤੁਹਾਡੇ ਸਾਹਮਣੇ ਆ ਜਾਏਗੀ ਜਿਸ ਦਿਨ ਵਿੱਚ ਗੱਲ ਜਾਏਗੀ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਸਪਸ਼ਟ ਤੌਰ ਦੇ ਉੱਤੇ ਕਿਹਾ ਕਿ ਜਿਸ ਤਰੀਕੇ ਦੇ ਨਾਲ BJP ਲੀਡਰ ਦੇ ਜਿਹੜਾ ਮਾਰਕੋਟ ਦੀ ਵਾਇਰਲ ਵੀਡੀਓ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪ੍ਰੋਟੈਸਟ ਕਰਨ ਦੇ ਬਹੁਤ ਸਾਰੇ ਤਰੀਕੇ ਨੇ, ਪਰ ਕਿਸੇ ਨੂੰ ਇਸ ਤਰੀਕੇ ਦੇ ਨਾਲ ਜਿਹੜੀ ਬੇਇੱਜ਼ਤ ਕਰਨਾ ਜਾਂ ਉਹਨਾਂ ਦੇ ਕੱਪੜੇ ਪਾੜਨੇ, ਉਹ ਕਿਤੇ ਨਾ ਕਿਤੇ ਗਲਤ ਹੈ। ਉਹਨਾਂ ਨੇ ਵੀ ਕਿਹਾ ਕਿ 2024 ਦੇ ਵਿੱਚ ਕਿਸਾਨ ਆਪਣਾ ਇਸ ਰੋਹ ਨੂੰ ਵੋਟਾਂ ਦੇ ਵਿੱਚ ਬਦਲ ਕੇ ਇਹ ਦੱਸ ਦੇਣਗੇ ਵੀ ਸਰਕਾਰ ਦਾ ਵਿਰੋਧ ਕਿਸ ਪੱਧਰ ਤੱਕ ਦੇਸ਼ ਦੇ ਵਿੱਚ ਵੱਧ ਚੁੱਕਿਆ ਹੈ। ਤੇ ਅੱਜ ਉਹ ਪਹੁੰਚੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਚੱਲ ਰਹੀ ਕਿਸਾਨਾਂ ਦੀ ਜਿਹੜੀ ਕਾਨਫਰੰਸ ਹੈ ਉਹਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ। ਬਹੁਤ ਸਾਰੇ ਲੀਡਰ ਇੱਥੇ ਹੋਰ ਵੀ ਪਹੁੰਚਣਗੇ, ਕਿਸਾਨ ਆਗੂ ਪਹੁੰਚਣਗੇ। ਇਹਨਾਂ ਕਾਨਫਰੰਸਾਂ ਤੋਂ ਲੈ ਕੇ ਹੋਲੇ ਮੁਹੱਲੇ ਦੇ ਜਾਹੋ ਜਲਾਲ ਦੀ ਹਰ ਤਸਵੀਰ ਤੁਹਾਡੇ ਤੱਕ ਪਹੁੰਚਦੀ ਕਰਾਂਗੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਸ਼੍ਰੀ ਅਨੰਦਪੁਰ ਸਾਹਿਬ।